ओशो ਦਾ ਪ੍ਰਵਚਨ ਹੈ ਇਕਾਂਤ ਦਾ ਮਹੱਤਵ। ਜਦ ਅਸੀਂ ਕਿਸੇ ਬੰਦੇ ਨਾਲ ਨਹੀਂ ਬੋਲਦੇ ਤੇ ਜਦ ਅਸੀਂ ਸਾਰੀ ਗੱਲਬਾਤ ਬਾਹਰ ਤੇ ਅੰਦਰ ਬੰਦ ਕਰ ਦਿੰਦੇ ਹਾਂ ਤਾਂ ਕੁਦਰਤ ਕਿਸੇ ਬਹੁਤ ਰਹੱਸਪੂਰਨ ਢੰਗ ਨਾਲ ਸਾਡੇ ਨਾਲ ਬੋਲਣਾ ਸ਼ੁਰੂ ਕਰ ਦਿੰਦੀ ਹੈ। ਉਹ ਸ਼ਾਇਦ ਸਾਡੇ ਨਾਲ ਲਗਾਤਾਰ ਬੋਲ ਰਹੀ ਹੈ, ਪਰ ਅਸੀਂ ਆਪਣੀਆਂ ਗੱਲਾਂ ਬਾਤਾਂ 'ਚ ਇੰਨਾ ਰੁੱਝੇ ਹਾਂ ਕਿ ਉਹ ਮੱਧਮ ਜਿਹੀ ਆਵਾਜ਼ ਸਾਨੂੰ ਸੁਣਾਈ ਨਹੀਂ ਪੈਂਦੀ। ਸਾਨੂੰ ਆਪਣੀ ਸਾਰੀ ਆਵਾਜ਼ ਬੰਦ ਕਰਨੀ ਪਏਗੀ ਤਾਂ ਜੋ ਅਸੀਂ ਉਸ ਅੰਤਸ਼ ਚੇਤਨ ਦੀ ਆਵਾਜ਼ ਨੂੰ ਸੁਣ ਸਕੀਏ ਜਿਹੜੀ ਹਰੇਕ ਦੇ ਅੰਦਰ ਚੱਲ ਰਹੀ ਹੈ। ਸੋ ਇਹਨਾਂ 3 ਦਿਨਾਂ 'ਚ ਗੱਲਾਂ ਬਾਤਾਂ ਨੂੰ ਬਿਲਕੁਲ ਖਤਮ ਕਰ ਦਿਓ ਯਾਦਪੂਰਵਕ। ਜੇਕਰ ਆਦਤ ਵਸ ਗੱਲਬਾਤ ਸ਼ੁਰੂ ਹੋ ਜਾਏ ਤੇ ਖਿਆਲ ਆ ਜਾਏ ਤਾਂ ਵਿਚਾਲੇ ਉੱਥੇ ਹੀ ਤੋੜ ਦਿਓ। ਮਾਫੀ ਮੰਗ ਲਓ ਕਿ ਭੁੱਲ ਹੋ ਗਈ। ਇਕੱਲ 'ਚ ਜਾਓ। ਇੱਥੇ ਜੋ ਅਸੀਂ ਪ੍ਰਯੋਗ ਕਰਾਂਗੇ ਉਹ ਤਾਂ ਕਰਾਂਗੇ ਹੀ, ਪਰ ਤੁਸੀਂ ਇਕੱਲ 'ਚ ਪ੍ਰਯੋਗ ਕਰਨਾ। ਕਿਤੇ ਵੀ ਚਲੇ ਜਾਣਾ, ਕਿਸੇ ਦਰਖਤ ਹੇਠ ਬੈਠਣਾ। ਅਸੀਂ ਇਹ ਵੀ ਭੁੱਲ ਗਏ ਹਾਂ ਕਿ ਸਾਡਾ ਕੁਦਰਤ ਨਾਲ ਕੋਈ ਸੰਬੰਧ ਹੈ ਤੇ ਕੋਈ ਨਾਤਾ ਹੈ, ਤੇ ਸਾਨੂੰ ਇਹ ਵੀ ਪਤਾ ਨਹੀਂ ਕਿ ਕੁਦਰਤ ਦੇ ਸਾਥ ਵਿੱਚ ਵਿਅਕਤੀ ਜਿੰਨੀ ਛੇਤੀ ਨਾਲ ਪਰਮਾਤਮਾ ਦੀ ਨੇੜਤਾ 'ਚ ਪਹੁੰਚਦਾ ਹੈ ਓਨਾ ਹੋਰ ਕਿਤੇ ਨਹੀਂ ਪਹੁੰਚਦਾ। ਤਾਂ ਇਸ ਅਨੋਖੇ 3 ਦਿਨ ਦੇ ਮੌਕੇ ਦਾ ਅਵਸਰ ਦਾ ਲਾਭ ਉਠਾਓ। ਇਕੱਲੇ 'ਚ ਚਲੇ ਜਾਓ ਤੇ ਫਜ਼ੂਲ ਦੀਆਂ ਗੱਲਾਂ ਬਾਤਾਂ ਨਾ ਕਰੋ। ਉਹ 3 ਦਿਨ ਦੇ ਬਾਅਦ ਫਿਰ ਕਰਨ ਨੂੰ ਤੁਹਾਡੇ ਕੋਲ ਕਾਫੀ ਸਮਾਂ ਰਹੇਗਾ, ਉਹਨੂੰ ਬਾਅਦ 'ਚ ਕਰ ਸਕਦੇ ਹੋ। ਇਸ ਤੀਜੀ ਗੱਲ ਨੂੰ ਚੇਤੇ ਰੱਖਣਾ ਕਿ ਜ਼ਿਆਦਾਤਰ 3 ਦਿਨ ਮੌਨ 'ਚ, ਇਕਾਂਤ ਵਿੱਚ ਤੇ ਇਕੱਲ 'ਚ ਬਿਤਾਉਣੇ ਹਨ। ਸਭ ਸ਼ਾਂਤ ਹੋਵੇ ਤਾਂ ਵੀ ਇਕੱਲ ਵਿੱਚ ਹੀ ਅਸੀਂ ਬਿਤਾ ਰਹੇ ਹਾਂ। ਸਾਧਨਾ ਦਾ ਜੀਵਨ ਇਕੱਲੇ ਦਾ ਜੀਵਨ ਹੈ। ਅਸੀਂ ਇੱਥੇ ਕਿੰਨੇ ਲੋਕ ਹਾਂ? ਅਸੀਂ ਧਿਆਨ ਕਰਨ ਬੈਠਾਂਗੇ ਤਾਂ ਲੱਗੇਗਾ ਸਮੂਹ ਵਿੱਚ ਧਿਆਨ ਕਰ ਰਹੇ ਹਾਂ, ਲੇਕਿਨ ਸਾਰੇ ਧਿਆਨ ਨਿੱਜੀ ਹਨ। ਸਮੂਹ ਦਾ ਕੋਈ ਧਿਆਨ ਨਹੀਂ ਹੁੰਦਾ। ਅਸੀਂ ਇੱਥੇ ਇੰਨੇ ਲੋਕ ਬੈਠੇ ਜ਼ਰੂਰ ਹਾਂ, ਪਰ ਹਰ ਕੋਈ ਜਦ ਆਪਣੇ ਅੰਦਰ ਜਾਏਗਾ ਤੇ ਇਕੱਲਾ ਰਹਿ ਜਾਏਗਾ। ਜਦੋਂ ਅੱਖਾਂ ਬੰਦ ਕਰੇਗਾ ਇਕੱਲਾ ਹੋ ਜਾਏਗਾ। ਜਦੋਂ ਸ਼ਾਂਤੀ 'ਚ ਪ੍ਰਵੇਸ਼ ਕਰੇਗਾ ਤੇ ਉਹਦੇ ਨਾਲ ਕੋਈ ਵੀ ਨਹੀਂ ਹੋਏਗਾ। ਅਸੀਂ ਇੱਥੇ 200 ਲੋਕ ਹੋਵਾਂਗੇ, ਪਰ ਹਰੇਕ ਬੰਦਾ ਸਿਰਫ ਆਪਣੇ ਨਾਲ ਹੋਏਗਾ, ਬਾਕੀ 199 ਦੇ ਨਾਲ ਨਹੀਂ ਹੋਏਗਾ। ਸਮੂਹਕ ਕੋਈ ਧਿਆਨ ਨਹੀਂ ਹੁੰਦਾ, ਨਾ ਕੋਈ ਪ੍ਰਾਰਥਨਾ ਹੁੰਦੀ ਹੈ। ਸਭ ਧਿਆਨ, ਸਭ ਪ੍ਰਾਰਥਨਾਵਾਂ ਨਿੱਜੀ ਹੁੰਦੀਆਂ ਹਨ, ਇਕੱਲੀਆਂ ਹੁੰਦੀਆਂ ਹਨ। ਇੱਥੇ ਵੀ ਅਸੀਂ ਇਕੱਲੇ ਰਹਾਂਗੇ, ਬਾਹਰ ਵੀ ਅਸੀਂ ਇਕੱਲੇ ਰਹਾਂਗੇ ਤੇ ਜ਼ਿਆਦਾਤਰ ਮੌਨ 'ਚ ਸਮੇਂ ਨੂੰ ਬਤੀਤ ਕਰਾਂਗੇ। ਨਹੀਂ ਬੋਲਾਂਗੇ। ਇੰਨਾ ਹੀ ਕਾਫੀ ਨਹੀਂ ਹੈ ਕਿ ਨਹੀਂ ਬੋਲਾਂਗੇ। ਅੰਤਸ ਵਿੱਚ ਵੀ ਚੇਤੇ ਰੱਖਾਂਗੇ ਕਿ ਫਜ਼ੂਲ ਦੀ ਜੋ ਲਗਾਤਾਰ ਬਕਵਾਸ ਚੱਲ ਰਹੀ ਹੈ ਤੁਹਾਡੇ ਅੰਦਰ, ਤੁਸੀਂ ਖੁਦ ਹੀ ਬੋਲ ਰਹੇ ਹੋ, ਖੁਦ ਹੀ ਜਵਾਬ ਦੇ ਰਹੇ ਹੋ। ਉਹਨੂੰ ਵੀ ਢਿੱਲਾ ਰੱਖੋਗੇ, ਉਹਨੂੰ ਵੀ ਛੱਡੋਗੇ। ਜੇ ਉਹ ਢਿੱਲੀ ਨਾ ਹੁੰਦੀ ਹੋਵੇ ਤਾਂ ਬਹੁਤ ਸਪਸ਼ਟ ਅੰਦਰ ਹੁਕਮ ਦਿਓ ਕਿ ਬਕਵਾਸ ਬੰਦ ਕਰ ਦੇ। ਬਕਵਾਸ ਮੈਨੂੰ ਪਸੰਦ ਨਹੀਂ ਹੈ। ਆਪਣੇ ਅੰਦਰ ਖੁਦ ਨੂੰ ਕਹੋ। ਇਹ ਵੀ ਮੈਂ ਤੁਹਾਨੂੰ ਦੱਸਾਂ ਕਿ ਸਾਧਨਾ ਦੇ ਜੀਵਨ 'ਚ ਖੁਦ ਨੂੰ ਹੁਕਮ ਦੇਣਾ ਬਹੁਤ ਮਹੱਤਵਪੂਰਨ ਹੈ। ਕਦੇ ਹੁਕਮ ਦੇ ਕੇ ਦੇਖਣਾ, ਇਕੱਲੇ ਵਿੱਚ ਬੈਠ ਜਾਣਾ ਤੇ ਆਪਣੇ ਮਨ ਨੂੰ ਕਹਿ ਦੇਣਾ ਕਿ ਬਕਵਾਸ ਬੰਦ, ਮੈਨੂੰ ਇਹ ਪਸੰਦ ਨਹੀਂ ਹੈ। ਤੁਸੀਂ ਹੈਰਾਨ ਹੋਗੇ ਕਿ ਇੱਕ ਝਟਕੇ ਨਾਲ ਗੱਲਬਾਤ ਅੰਦਰ ਟੁੱਟੇਗੀ। 3 ਦਿਨ ਯਾਦਪੂਰਵਕ ਅੰਦਰ ਹੁਕਮ ਦੇ ਦਿਓ ਕਿ ਗੱਲਬਾਤ ਮੈਂ ਨਹੀਂ ਕਰਨੀ। ਤੁਸੀਂ 3 ਦਿਨ 'ਚ ਪਾਓਗੇ ਕਿ ਫਰਕ ਪਿਆ ਹੈ ਤੇ ਪੜਾਅਵਾਰ ਅੰਦਰ ਦੀ ਗੱਲਬਾਤ ਬੰਦ ਹੋਈ ਹੈ। 5ਵੀਂ ਗੱਲ, ਕੁਝ ਸ਼ਿਕਾਇਤਾਂ ਹੋ ਸਕਦੀਆਂ ਹਨ, ਕੁਝ ਤਕਲੀਫ ਹੋ ਸਕਦੀ ਹੈ। 3 ਦਿਨਾਂ ਵਿੱਚ ਉਹਦਾ ਕੋਈ ਖਿਆਲ ਨਹੀਂ ਕਰੇਗਾ। ਅਸੀਂ ਕੋਈ ਸਹੂਲਤਾਂ ਦੇ ਲਈ ਇੱਥੇ ਇਕੱਠੇ ਨਹੀਂ ਹੋਏ ਆ। ਹੁਣੇ ਮੈਂ ਇੱਕ ਚੀਨੀ ਸਾਧਣੀ ਦਾ ਜੀਵਨ ਪੜ੍ਹ ਰਿਹਾ ਸੀ। ਉਹ ਇੱਕ ਪਿੰਡ 'ਚ ਗਈ ਸੀ। ਉਸ ਪਿੰਡ 'ਚ ਥੋੜ੍ਹੇ ਜਿਹੇ ਮਕਾਨ ਸਨ। ਉਹਨੇ ਉਸ ਮਕਾਨ ਦੇ ਸਾਹਮਣੇ ਜਾ ਕੇ, ਸ਼ਾਮ ਹੋ ਰਹੀ ਸੀ, ਰਾਤ ਪੈਣ ਨੂੰ ਸੀ, ਉਹ ਇਕੱਲੀ ਸਾਧਣੀ ਸੀ। ਉਹਨੇ ਲੋਕਾਂ ਨੂੰ ਕਿਹਾ ਕਿ ਮੈਨੂੰ ਘਰ 'ਚ ਠਹਿਰ ਜਾਣ ਦਿਓ। ਨਾ ਵਾਕਫ ਇਸਤਰੀ। ਫਿਰ ਉਸ ਪਿੰਡ 'ਚ ਜਿਹੜੇ ਲੋਕ ਰਹਿੰਦੇ ਸਨ ਉਹ ਉਹਨਾਂ ਦੇ ਧਰਮ ਨੂੰ ਮੰਨਣ ਵਾਲੀ ਨਹੀਂ ਸੀ। ਲੋਕਾਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ। ਦੂਜਾ ਪਿੰਡ ਬਹੁਤ ਦੂਰ ਸੀ, ਉੱਤੋਂ ਰਾਤ ਤੇ ਇਕੱਲੀ। ਉਹਨੂੰ ਉਸ ਰਾਤ ਇੱਕ ਖੇਤ 'ਚ ਜਾ ਕੇ ਸੌਣਾ ਪਿਆ। ਉਹ ਇੱਕ ਚੋਰੀ ਦੇ ਦਰਖਤ ਹੇਠ ਜਾ ਕੇ ਚੁੱਪਚਾਪ ਸੌਂ ਗਈ। ਰਾਤ ਦੇ 2 ਵਜੇ ਉਹਦੀ ਨੀਂਦ ਖੁੱਲ੍ਹੀ। ਸਰਦੀ ਸੀ,
ਸਰਦੀ ਦੀ ਵਜ੍ਹਾ ਨਾਲ ਉਹਦੀ ਨੀਂਦ ਖੁੱਲ ਗਈ। ਉਹਨੇ ਦੇਖਿਆ ਫੁੱਲ ਸਭ ਖਿੜ ਗਏ ਹਨ ਤੇ ਦਰਖਤ ਪੂਰਾ ਫੁੱਲਾਂ ਨਾਲ ਲੱਦਿਆ ਹੋਇਆ ਹੈ ਤੇ ਚੰਦ ਉੱਪਰ ਆ ਗਿਆ ਹੈ। ਇਹ ਬਹੁਤ ਅਨੋਖੀ ਕਹਾਣੀ ਹੈ ਤੇ ਉਹਨੇ ਉਸ ਆਨੰਦ ਦੇ ਛਿਨ ਨੂੰ ਅਨੁਭਵ ਕੀਤਾ। ਸਵੇਰੇ ਉਸ ਪਿੰਡ 'ਚ ਗਈ ਤੇ ਉਹਨਾਂ ਨੂੰ ਧੰਨਵਾਦ ਦਿੱਤਾ ਜਿਨ੍ਹਾਂ ਨੇ ਰਾਤੀ ਦਰਵਾਜ਼ੇ ਬੰਦ ਕਰ ਲਏ ਸਨ। ਉਹਨਾਂ ਨੇ ਪੁੱਛਿਆ ਕਾਹਦਾ ਧੰਨਵਾਦ? ਉਹਨੇ ਕਿਹਾ ਤੁਸੀਂ ਆਪਣੇ ਪ੍ਰੇਮ ਵਸ ਤੁਸੀਂ ਮੇਰੇ ਉੱਤੇ ਕਰੁਣਾ ਤੇ ਦਇਆ ਕਰਕੇ ਰਾਤ ਆਪਣੇ ਦੁਆਰ ਬੰਦ ਕਰ ਲਏ, ਉਹਦਾ ਧੰਨਵਾਦ। ਮੈਂ ਇੱਕ ਬਹੁਤ ਅਨੋਖੇ ਛਿਨ ਨੂੰ ਹਾਸਲ ਕਰ ਸਕੀ। ਮੈਂ ਚੈਰੀ ਦੇ ਫੁੱਲ ਖਿੜੇ ਦੇਖੇ ਤੇ ਮੈਂ ਪੂਰਾ ਚੰਦ ਵੇਖਿਆ। ਮੈਂ ਕੁਝ ਅਜਿਹਾ ਦੇਖਿਆ ਜੋ ਮੈਂ ਜ਼ਿੰਦਗੀ 'ਚ ਨਹੀਂ ਵੇਖਿਆ ਸੀ। ਜੇਕਰ ਤੁਸੀਂ ਮੈਨੂੰ ਜਗ੍ਹਾ ਦੇ ਦਿੱਤੀ ਹੁੰਦੀ ਤਾਂ ਮੈਂ ਇਸ ਅਨੋਖੇ ਛਿਨ ਤੋਂ ਵਾਂਝੀ ਰਹਿ ਜਾਂਦੀ। ਤਦ ਉਹ ਸਮਝੀ ਉਹਨਾਂ ਦੀ ਕਰੁਣਾ ਕਿ ਉਹਨਾਂ ਨੇ ਕਿਉਂ ਉਹਦੇ ਲਈ ਦੁਆਰ ਬੰਦ ਕਰ ਰੱਖੇ ਸਨ। ਇਹ ਇੱਕ ਦ੍ਰਿਸ਼ਟੀ ਹੈ, ਇੱਕ ਕੋਣ ਹੈ। ਤੁਸੀਂ ਵੀ ਹੋ ਸਕਦਾ ਸੀ ਉਸ ਰਾਤ ਦੁਆਰ ਦੇ ਮੋੜ ਤੋਂ ਮੋੜ ਦਿੱਤੇ ਗਏ ਹੁੰਦੇ ਤਾਂ ਸ਼ਾਇਦ ਤੁਸੀਂ ਇੰਨੇ ਗੁੱਸੇ 'ਚ ਹੁੰਦੇ ਰਾਤ ਭਰ ਤੇ ਉਹਨਾਂ ਲੋਕਾਂ ਦੇ ਪ੍ਰਤੀ ਇੰਨੀ ਤੁਹਾਡੇ ਮਨ 'ਚ ਘਿਰਨਾ ਤੇ ਇੰਨਾ ਕ੍ਰੋਧ ਹੁੰਦਾ ਕਿ ਸ਼ਾਇਦ ਤੁਹਾਨੂੰ ਜਦ ਚੈਰੀ 'ਚ ਫੁੱਲ ਖਿੜਦੇ ਆ ਤੇ ਦਿਖਾਈ ਨਾ ਪੈਂਦੇ। ਜਦ ਚੰਦ ਉੱਪਰ ਆਉਂਦਾ ਤਾਂ ਤੁਹਾਨੂੰ ਪਤਾ ਹੀ ਨਾ ਲੱਗਦਾ। ਧੰਨਵਾਦ ਤਾਂ ਬਹੁਤ ਦੂਰ ਸੀ, ਤੁਸੀਂ ਇਹ ਸਭ ਅਨੁਭਵ ਵੀ ਨਾ ਕਰ ਪਾਉਂਦੇ। ਜ਼ਿੰਦਗੀ ਵਿੱਚ ਇੱਕ ਹੋਰ ਹਾਲਤ ਵੀ ਹੈ ਜਦ ਅਸੀਂ ਹਰੇਕ ਚੀਜ਼ ਦੇ ਪ੍ਰਤੀ ਧੰਨਵਾਦ ਨਾਲ ਭਰ ਜਾਂਦੇ ਹਾਂ। ਸਾਧਕ ਚੇਤੇ ਰੱਖਣ ਕਿ ਉਹਨਾਂ ਨੇ ਇਹਨਾਂ 3 ਦਿਨਾਂ 'ਚ ਹਰੇਕ ਚੀਜ਼ ਦੇ ਪ੍ਰਤੀ ਧੰਨਵਾਦ ਨਾਲ ਭਰ ਜਾਣਾ ਹੈ। ਜੋ ਮਿਲਦਾ ਹੈ ਉਹਦੇ ਲਈ ਧੰਨਵਾਦ, ਜੋ ਨਹੀਂ ਮਿਲਦਾ ਉਸ ਨਾਲ ਕੋਈ ਸਰੋਕਾਰ ਨਹੀਂ। ਉਸ ਭੂਮਿਕਾ 'ਚ ਅਰਥ ਪੈਦਾ ਹੁੰਦਾ ਹੈ, ਉਸ ਭੂਮਿਕਾ 'ਚ ਅੰਦਰ ਵਿੱਚ ਬੇਫਿਕਰੀ ਪੈਦਾ ਹੁੰਦੀ ਹੈ, ਇੱਕ ਸਰਲਤਾ ਪੈਦਾ ਹੁੰਦੀ ਹੈ। ਅੰਤਿਮ ਰੂਪ ਨਾਲ ਇੱਕ ਗੱਲ ਹੋਰ, ਇਹਨਾਂ 3 ਦਿਨਾਂ 'ਚ ਅਸੀਂ ਲਗਾਤਾਰ ਯਤਨ ਕਰਾਂਗੇ ਅੰਤਿਮ ਪ੍ਰਵੇਸ਼ ਦਾ, ਧਿਆਨ ਦਾ, ਸਮਾਧੀ ਦਾ। ਉਸ ਪ੍ਰਵੇਸ਼ ਦੇ ਲਈ ਇੱਕ ਬਹੁਤ ਗੂੜੇ ਸੰਕਲਪ ਦੀ ਲੋੜ ਹੈ। ਗੂੜੇ ਸੰਕਲਪ ਦਾ ਇਹ ਅਰਥ ਹੈ ਸਾਡਾ ਜੋ ਮਨ ਹੈ ਉਸ 'ਚ ਇੱਕ ਬਹੁਤ ਛੋਟਾ ਜਿਹਾ ਹਿੱਸਾ ਜਿਹਨੂੰ ਅਸੀਂ ਚੇਤਨ ਮਨ ਕਹਿੰਦੇ ਹਾਂ, ਉਸੇ ਵਿੱਚ ਸਭ ਵਿਚਾਰ ਚੱਲਦੇ ਰਹਿੰਦੇ ਹਨ। ਉਸ ਤੋਂ ਬਹੁਤ ਜ਼ਿਆਦਾ ਗਹਿਰਾਈਆਂ ਵਿੱਚ ਸਾਡਾ 9 ਹਿੱਸੇ ਮਨ ਹੋਰ ਹੈ। ਜੇ ਅਸੀਂ ਮਨ ਦੇ 10 ਹਿੱਸੇ ਕਰੀਏ ਤਾਂ ਇੱਕ ਹਿੱਸਾ ਸਾਡਾ ਕੌਨਸ਼ੀਅਸ ਹੈ, ਚੇਤਨ ਹੈ। 9 ਹਿੱਸੇ ਸਾਡੇ ਅਚੇਤਨ ਅਤੇ ਅਨਕੌਨਸ਼ੀਅਸ ਹਨ। ਇਸ ਇੱਕ ਹਿੱਸੇ ਵਿੱਚ ਹੀ ਅਸੀਂ ਸਭ ਸੋਚਦੇ ਵਿਚਾਰਦੇ ਹਾਂ। 9 ਹਿੱਸਿਆਂ 'ਚ ਉਹਦੀ ਕੋਈ ਖਬਰ ਨਹੀਂ ਹੁੰਦੀ, 9 ਹਿੱਸਿਆਂ 'ਚ ਉਹਦੀ ਕੋਈ ਸੂਚਨਾ ਨਹੀਂ ਪਹੁੰਚਦੀ। ਇੱਥੇ ਅਸੀਂ ਸੋਚ ਲੈਂਦੇ ਹਾਂ ਕਿ ਧਿਆਨ ਕਰਨਾ ਹੈ, ਸਮਾਧੀ 'ਚ ਉਤਰਨਾ ਹੈ, ਪਰ ਸਾਡੇ ਮਨ ਦਾ ਬਹੁਤ ਸਾਰਾ ਹਿੱਸਾ ਅਣਵਾਕਫ ਰਹਿ ਜਾਂਦਾ ਹੈ। ਉਹ ਅਣਵਾਕਫ ਹਿੱਸਾ ਸਾਡਾ ਸਾਥ ਨਹੀਂ ਦੇਗਾ ਤੇ ਜੇ ਉਹਦਾ ਸਾਥ ਸਾਨੂੰ ਨਾ ਮਿਲਿਆ ਤਾਂ ਸਫਲਤਾ ਬਹੁਤ ਮੁਸ਼ਕਿਲ ਹੈ। ਉਹਦਾ ਸਾਥ ਮਿਲ ਸਕੇ ਇਹਦੇ ਲਈ ਸੰਕਲਪ ਕਰਨ ਦੀ ਲੋੜ ਹੈ ਤੇ ਸੰਕਲਪ ਮੈਂ ਤੁਹਾਨੂੰ ਸਮਝਾ ਦਿਆਂ ਕਿਵੇਂ ਅਸੀਂ ਕਰਾਂਗੇ। ਹੁਣ ਇੱਥੇ ਸੰਕਲਪ ਕਰਕੇ ਉੱਠਾਂਗੇ ਤੇ ਫਿਰ ਰਾਤ ਨੂੰ ਜਦ ਤੁਸੀਂ ਬਿਸਤਰੇ ਤੇ ਜਾਓ ਤਾਂ 5 ਮਿੰਟ ਤੱਕ ਉਸ ਸੰਕਲਪ ਨੂੰ ਮੁੜ ਦੁਹਰਾਉਣਾ ਹੈ ਤੇ ਉਸ ਸੰਕਲਪ ਨੂੰ ਦੁਹਰਾਉਂਦੇ ਨੀਂਦ 'ਚ ਸੌਂ ਜਾਣਾ ਹੈ। ਸੰਕਲਪ ਨੂੰ ਪੈਦਾ ਕਰਨ ਦਾ ਜੋ ਪ੍ਰਯੋਗ ਹੈ ਮੈਂ ਤੁਹਾਨੂੰ ਸਮਝਾ ਦਿਆਂ। ਉਹਨੂੰ ਅਸੀਂ ਇੱਥੇ ਵੀ ਕਰਾਂਗੇ ਤੇ ਨਿਤਨੇਮ ਪੂਰਵਕ ਕਰਾਂਗੇ। ਸੰਕਲਪ ਨਾਲ ਮੈਂ ਤੁਹਾਨੂੰ ਸਮਝਾਇਆ ਕਿ ਤੁਹਾਡਾ ਪੂਰਾ ਮਨ ਚੇਤਨ ਤੇ ਅਚੇਤਨ ਇਕੱਠੇ ਰੂਪ ਨਾਲ ਇਹ ਭਾਵ ਕਰ ਲਵੇ ਕਿ ਮੈਂ ਸ਼ਾਂਤ ਹੋਣਾ ਹੈ, ਮੈਂ ਧਿਆਨ ਨੂੰ ਉਪਲਬਧ ਹੋਣਾ ਹੈ। ਜਿਸ ਰਾਤ ਗੌਤਮ ਬੁੱਧ ਨੂੰ ਸਮਾਧੀ ਉਪਲਬਧ ਹੋਈ ਉਸ ਰਾਤ ਉਹ ਆਪਣੇ ਬਹੁਤ ਬਿਰਛ ਦੇ ਹੇਠਾਂ ਬੈਠੇ ਸੀ। ਉਹਨਾਂ ਨੇ ਕਿਹਾ ਹੁਣ ਜਦ ਤੱਕ ਮੈਂ ਪਰਮ ਸੱਚ ਨੂੰ ਉਪਲਬਧ ਨਾ ਹੋ ਜਾਵਾਂ ਤਦ ਤੱਕ ਇੱਥੋਂ ਉੱਠਾਂਗਾ ਨਹੀਂ। ਸਾਨੂੰ ਲੱਗੇਗਾ ਇਹ ਤੋਂ ਕੀ ਮਤਲਬ ਹੈ, ਤੁਹਾਡੇ ਨਾ ਉੱਠਣ ਨਾਲ ਪਰਮ ਸੱਚ ਕਿਵੇਂ ਉਪਲਬਧ ਹੋ ਜਾਏਗਾ। ਲੇਕਿਨ ਇਹ ਖਿਆਲ ਕਿ ਜਦ ਤੱਕ ਮੈਨੂੰ ਪਰਮ ਸੱਚ ਉਪਲਬਧ ਨਾ ਹੋ ਜਾਏ ਮੈਂ ਇੱਥੋਂ ਉੱਠਾਂਗਾ ਨਹੀਂ, ਇਹ ਸਾਰੇ ਪ੍ਰਾਣ ਵਿੱਚ ਗੂੰਜ ਗਿਆ। ਉਹ ਨਹੀਂ ਉੱਠੇ ਜਦ ਤੱਕ ਪਰਮ ਸੱਚ ਉਪਲਬਧ ਨਹੀਂ ਹੋਇਆ। ਤੇ ਹੈਰਾਨੀ ਹੈ ਕਿ ਪਰਮ ਸੱਚ ਉਸੇ ਰਾਤ ਉਪਲਬਧ ਹੋਇਆ। ਉਹ 6 ਵਰੇ ਤੋਂ ਚੇਸ਼ਟਾ ਕਰ ਰਹੇ ਸਨ ਪਰ ਇੰਨਾ ਗੂੜਾ ਸੰਕਲਪ ਕਿਸੇ ਦਿਨ ਨਹੀਂ ਹੋਇਆ ਸੀ। ਸੰਕਲਪ ਦੀ
ਗੂੜਤਾ ਕਿਵੇਂ ਪੈਦਾ ਹੋਵੇ, ਉਹ ਮੈਂ ਛੋਟਾ ਜਿਹਾ ਪ੍ਰਯੋਗ ਤੁਹਾਨੂੰ ਦੱਸਦਾ। ਉਹ ਅਸੀਂ ਇੱਥੇ ਕਰਾਂਗੇ ਤੇ ਫਿਰ ਉਹਨੂੰ ਰਾਤ ਵਿੱਚ ਨੇਮ ਪੂਰਵਕ ਕਰਕੇ ਸੌਵਾਂਗੇ। ਜੇ ਤੁਸੀਂ ਆਪਣੇ ਸਾਰੇ ਸਾਹ ਨੂੰ ਬਾਹਰ ਸੁੱਟ ਦਿਓ, ਫਿਰ ਸਾਹ ਨੂੰ ਅੰਦਰ ਲੈ ਜਾਣ ਤੋਂ ਰੁਕ ਜਾਓ ਤਾਂ ਕੀ ਹੋਏਗਾ? ਜੇ ਮੈਂ ਆਪਣੇ ਸਾਰੇ ਸਾਹ ਨੂੰ ਬਾਹਰ ਸੁੱਟ ਦਿਆਂ ਤੇ ਫਿਰ ਨੱਕ ਨੂੰ ਬੰਦ ਕਰ ਲਵਾਂ ਤੇ ਸਾਹ ਨੂੰ ਅੰਦਰ ਨਾ ਜਾਣ ਦਿਆਂ ਤਾਂ ਕੀ ਹੋਏਗਾ? ਕਿ ਥੋੜ੍ਹੀ ਦੇਰ 'ਚ ਮੇਰੇ ਪ੍ਰਾਣ ਉਸ ਸਾਹ ਨੂੰ ਲੈਣ ਲਈ ਤੜਫਣ ਨਹੀਂ ਲੱਗਣਗੇ? ਕਿ ਮੇਰਾ ਰੋਮ ਤੇ ਮੇਰੇ ਸਰੀਰ ਵਿੱਚ ਜੋ ਲੱਖਾਂ ਛੇਕ ਹਨ ਉਹ ਮੰਗ ਨਹੀਂ ਕਰਨ ਲੱਗਣਗੇ ਕਿ ਹਵਾ ਚਾਹੀਦੀ ਹੈ? ਜਿੰਨੀ ਦੇਰ ਮੈਂ ਹਵਾ ਰੋਕੀ ਰੱਖਾਂਗਾ, ਓਨਾ ਹੀ ਮੇਰੇ ਪ੍ਰਾਣ ਦੇ ਹੇਠਾਂ ਦੇ ਹਿੱਸੇ ਵੀ ਚਿল্ਲਾਉਣ ਲੱਗਣਗੇ ਕਿ ਹਵਾ ਚਾਹੀਦੀ ਹੈ। ਜੇ ਮੈਂ ਆਖਰੀ ਛਿਨ ਤੱਕ ਰੋਕੀ ਰੱਖਾਂ ਤਾਂ ਮੇਰਾ ਪੂਰਾ ਪ੍ਰਾਣ ਮੰਗ ਕਰਨ ਲੱਗੇਗਾ ਕਿ ਹਵਾ ਚਾਹੀਦੀ ਹੈ। ਇਹ ਸਵਾਲ ਆਸਾਨ ਨਹੀਂ ਹੈ ਕਿ ਉੱਪਰ ਦਾ ਹਿੱਸਾ ਹੀ ਕਹੇ ਹੁਣ ਇਹ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ, ਤਾਂ ਹੇਠਾਂ ਦੇ ਹਿੱਸੇ ਵੀ ਪੁਕਾਰਨਗੇ ਕਿ ਹਵਾ ਚਾਹੀਦੀ ਹੈ। ਇਸ ਛਿਨ ਦੀ ਹਾਲਤ ਵਿੱਚ ਜਦ ਕਿ ਪੂਰੇ ਪ੍ਰਾਣ ਹਵਾ ਨੂੰ ਮੰਗਦੇ ਹੋਣ, ਤਦ ਤੁਸੀਂ ਆਪਣੇ ਮਨ 'ਚ ਸੰਕਲਪ ਲਗਾਤਾਰ ਦੁਹਰਾਉਣਾ ਹੈ ਕਿ ਮੈਂ ਧਿਆਨ 'ਚ ਪ੍ਰਵੇਸ਼ ਕਰਕੇ ਰਹਾਂਗਾ। ਉਹਨਾਂ ਛਿਨਾਂ ਵਿੱਚ ਜਦ ਤੁਹਾਡੇ ਪੂਰੇ ਪ੍ਰਾਣ ਸਾਹ ਮੰਗਦੇ ਹੋਣ, ਤਦ ਤੁਸੀਂ ਆਪਣੇ ਮਨ 'ਚ ਭਾਵ ਦੁਹਰਾਉਂਦੇ ਰਹਿਣਾ ਹੈ ਕਿ ਮੈਂ ਧਿਆਨ 'ਚ ਪ੍ਰਵੇਸ਼ ਕਰਕੇ ਰਹਾਂਗਾ। ਇਹ ਮੇਰਾ ਸੰਕਲਪ ਹੈ ਕਿ ਮੈਂ ਧਿਆਨ 'ਚ ਪ੍ਰਵੇਸ਼ ਕਰਕੇ ਰਹਾਂਗਾ। ਉਸ ਵਕਤ ਤੁਹਾਡਾ ਮਨ ਇਹ ਦੁਹਰਾਉਂਦਾ ਰਹੇ, ਉਸ ਵਕਤ ਤੁਹਾਡੇ ਪ੍ਰਾਣ ਸਾਹ ਮੰਗਦੇ ਰਹੇ ਹੋਣ ਤੇ ਤੁਹਾਡਾ ਮਨ ਇਹ ਦੁਹਰਾਏਗਾ। ਜਿੰਨੀ ਗਹਿਰਾਈ ਤੱਕ ਪ੍ਰਾਣ ਕੰਬਣਗੇ, ਉਨੀ ਗਹਿਰਾਈ ਤੱਕ ਤੁਹਾਡਾ ਇਹ ਸੰਕਲਪ ਦਾਖਲ ਹੋ ਜਾਏਗਾ। ਤੇ ਜੇਕਰ ਤੁਸੀਂ ਆਪਣੇ ਪੂਰੇ ਪ੍ਰਾਣ ਦੀ ਕੰਬਣੀ ਹਾਲਤ ਵਿੱਚ ਇਸ ਵਾਕ ਨੂੰ ਦੁਹਰਾਇਆ ਤੇ ਸੰਕਲਪ ਗੂੜਾ ਹੋ ਜਾਏਗਾ। ਗੂੜੇ ਦਾ ਮਤਲਬ ਇਹ ਹੈ ਕਿ ਉਹ ਤੁਹਾਡੇ ਅਚੇਤਨ ਅਨਕੌਂਸ਼ੀਅਸ ਮਾਈਂਡ ਤੱਕ ਦਾਖਲ ਹੋ ਜਾਏਗਾ। ਇਹਨੂੰ ਅਸੀਂ ਰੋਜ਼ ਧਿਆਨ ਦੇ ਪਹਿਲਾਂ ਵੀ ਕਰਾਂਗੇ, ਰਾਤ ਨੂੰ ਸੌਣ ਵੇਲੇ ਵੀ ਤੁਸੀਂ ਇਹਨੂੰ ਕਰਕੇ ਸੌਂਗੇ। ਜਦ ਤੁਸੀਂ ਸੌਣ ਲੱਗੋਗੇ ਤਦ ਹੀ ਤੁਹਾਡੇ ਮਨ 'ਚ ਲਗਾਤਾਰ ਧੁਨੀ ਬਣੀ ਰਹੇ ਕਿ ਮੈਂ ਧਿਆਨ 'ਚ ਦਾਖਲ ਹੋ ਕੇ ਰਹਾਂਗਾ। ਇਹ ਮੇਰਾ ਸੰਕਲਪ ਹੈ ਕਿ ਮੈਂ ਧਿਆਨ 'ਚ ਦਾਖਲ ਹੋਣਾ ਹੈ। ਇਹ ਵਚਨ ਤੁਹਾਡੇ ਮਨ 'ਚ ਗੂੰਜਦਾ ਰਹੇ ਤੇ ਤੁਸੀਂ ਕਦੋਂ ਸੌਂ ਜਾਓ ਉਹਦਾ ਪਤਾ ਨਾ ਲੱਗੇ। ਸੌਂਦੇ ਸਮੇਂ ਚੇਤਨ ਮਨ ਤਾਂ ਬੇਹੋਸ਼ ਹੋ ਜਾਂਦਾ ਹੈ ਤੇ ਅਚੇਤਨ ਮਨ ਦੇ ਦੁਆਰ ਖੁੱਲ ਜਾਂਦੇ ਆ। ਜੇਕਰ ਉਸ ਵਕਤ ਤੁਹਾਡੇ ਮਨ 'ਚ ਗੱਲ ਗੂੰਜਦੀ ਰਹੀ ਤਾਂ ਇਹ ਅਚੇਤਨ ਪਰਤਾਂ 'ਚ ਦਾਖਲ ਹੋ ਜਾਏਗੀ ਤੇ ਤੁਸੀਂ ਇਹਦਾ ਨਤੀਜਾ ਦੇਖੋਗੇ। ਇਹਨਾਂ 3 ਦਿਨਾਂ 'ਚ ਹੀ ਨਤੀਜਾ ਦੇਖੋਗੇ। ਸੰਕਲਪ ਨੂੰ ਗੂੜਾ ਕਰਨ ਦਾ ਉਪਾਅ ਤੁਸੀਂ ਸਮਝੋ। ਉਪਾਅ ਹੈ, ਸਭ ਤੋਂ ਪਹਿਲਾਂ ਹੌਲੀ ਪੂਰਾ ਸਾਹ ਭਰ ਲੈਣਾ। ਪੂਰੇ ਪ੍ਰਾਣ ਵਿੱਚ, ਪੂਰੇ ਫੇਫੜਿਆਂ ਵਿੱਚ ਸਾਹ ਭਰ ਜਾਏ, ਜਿੰਨਾ ਭਰ ਸਕੋ। ਜਦ ਸਾਹ ਪੂਰਾ ਭਰ ਜਾਏ ਤਦ ਵੀ ਮਨ 'ਚ ਭਾਵ ਗੂੰਜਦਾ ਰਹੇ ਕਿ ਮੈਂ ਸੰਕਲਪ ਕਰਦਾ ਕਿ ਮੈਂ ਧਿਆਨ 'ਚ ਪ੍ਰਵੇਸ਼ ਕਰਕੇ ਰਹਾਂਗਾ। ਇਹ ਵਾਕ ਦੁਹਰੀਂਦਾ ਰਹੇ। ਫਿਰ ਸਾਹ ਸੁੱਟਦੇ ਜਾਓ ਬਾਹਰ। ਇੱਕ ਘੜੀ ਆਏਗੀ ਤੁਹਾਨੂੰ ਲੱਗੇਗਾ ਹੁਣ ਸਾਹ ਅੰਦਰ ਬਿਲਕੁਲ ਨਹੀਂ ਹੈ, ਤਦ ਵੀ ਹੈ, ਤੁਸੀਂ ਉਹਨੂੰ ਵੀ ਸੁੱਟੋ। ਤੁਸੀਂ ਘਬਰਾਓ ਨਾ, ਤੁਸੀਂ ਪੂਰਾ ਸਾਹ ਕਦੇ ਨਹੀਂ ਸੁੱਟ ਸਕਦੇ, ਯਾਨੀ ਇਸ 'ਚ ਘਬਰਾਉਣ ਦਾ ਕੋਈ ਕਾਰਨ ਨਹੀਂ ਹੈ। ਤੁਸੀਂ ਪੂਰਾ ਸਾਹ ਕਦੀ ਸੁੱਟ ਹੀ ਨਹੀਂ ਸਕਦੇ। ਇਸ ਲਈ ਜਿੰਨਾ ਤੁਹਾਨੂੰ ਲੱਗੇ ਕਿ ਹੁਣ ਬਿਲਕੁਲ ਨਹੀਂ ਹੈ, ਉਸ ਵਕਤ ਵੀ ਥੋੜਾ ਕੁ ਹੈ, ਉਹਨੂੰ ਵੀ ਸੁੱਟੋ। ਜਦ ਤੱਕ ਤੁਹਾਤੋਂ ਹੋ ਸਕੇ ਉਹਨੂੰ ਸੁੱਟਦੇ ਜਾਓ ਤੇ ਮਨ 'ਚ ਇਹ ਗੂੰਜਦਾ ਰਹੇ ਕਿ ਮੈਂ ਸੰਕਲਪ ਕਰਦਾ ਕਿ ਮੈਂ ਧਿਆਨ 'ਚ ਪ੍ਰਵੇਸ਼ ਕਰਕੇ ਰਹਾਂਗਾ। ਇਹ ਅਨੋਖੀ ਪ੍ਰਕਿਰਿਆ ਹੈ। ਇਹਦੇ ਮਾਧਿਅਮ ਨਾਲ ਤੁਹਾਡੀਆਂ ਅਚੇਤਨ ਪਰਤਾਂ ਵਿੱਚ ਵਿਚਾਰ ਦਾਖਲ ਹੋਏਗਾ, ਸੰਕਲਪ ਦਾਖਲ ਹੋਏਗਾ ਤੇ ਉਹਦੇ ਨਤੀਜੇ ਤੁਸੀਂ ਕੱਲ ਸਵੇਰ ਤੋਂ ਹੀ ਦੇਖੋਗੇ। ਇੱਕ ਤਾਂ ਸੰਕਲਪ ਨੂੰ ਗੂੜਾ ਕਰਨਾ ਹੈ। ਉਹਨੂੰ ਹੁਣ ਜਦ ਅਸੀਂ ਅਲੱਗ ਹੋਵਾਂਗੇ ਇੱਥੋਂ ਤੋਂ ਤਾਂ ਉਸ ਪ੍ਰਯੋਗ ਨੂੰ ਕਰਾਂਗੇ। ਉਹਨੂੰ 5 ਵਾਰ ਕਰਨਾ ਹੈ, ਯਾਨੀ 5 ਵਾਰ ਸਾਹ ਨੂੰ ਸੁੱਟਣਾ ਹੈ ਤੇ ਰੋਕਣਾ ਹੈ ਤੇ 5 ਵਾਰ ਲਗਾਤਾਰ ਉਸ ਭਾਵ ਨੂੰ ਆਪਣੇ ਅੰਦਰ ਦੁਹਰਾਉਣਾ ਹੈ। ਜਿਨ੍ਹਾਂ ਨੂੰ ਕੋਈ ਦਿਲ ਦੀ ਬਿਮਾਰੀ ਹੋਵੇ ਜਾਂ ਕੋਈ ਤਕਲੀਫ ਹੋਵੇ, ਉਹ ਉਹਨੂੰ ਬਹੁਤੀ ਜ਼ਿਆਦਾ ਤੇਜ਼ੀ ਨਾਲ ਨਹੀਂ ਕਰਨਗੇ, ਉਹਨੂੰ ਬਹੁਤ ਹੌਲੀ ਕਰਨਗੇ, ਜਿੰਨਾ ਉਹਨਾਂ ਨੂੰ ਸੌਖਾ ਲੱਗੇ ਤੇ ਤਕਲੀਫ ਨਾ ਹੋਵੇ। ਇਹ ਜੋ ਸੰਕਲਪ ਦੀ ਗੱਲ ਹੈ, ਇਹਨੂੰ ਮੈਂ ਕਿਹਾ ਰੋਜ਼ ਰਾਤ ਨੂੰ ਇਹਨਾਂ 3 ਦਿਨਾਂ 'ਚ ਸੌਂਦੇ ਸਮੇਂ ਕਰਕੇ ਸੌਣਾ ਹੈ। ਸੌਣ ਵੇਲੇ ਜਦ ਬਿਸਤਰੇ ਉੱਤੇ ਤੁਸੀਂ ਲੇਟ ਜਾਓ, ਇਸੇ ਭਾਵ ਨੂੰ ਕਰਦੇ ਪੜਾਅਵਾਰ ਨੀਂਦ 'ਚ ਖੋ ਜਾਣਾ ਹੈ। ਇਸ ਸੰਕਲਪ ਦੀ ਸਥਿਤੀ
ਜੇਕਰ ਅਸੀਂ ਠੀਕ ਤਰ੍ਹਾਂ ਨਾਲ ਪਕੜੀ ਤੇ ਆਪਣੇ ਪ੍ਰਾਣਾਂ 'ਚ ਉਸ ਆਵਾਜ਼ ਨੂੰ ਪਹੁੰਚਾਇਆ ਤਾਂ ਨਤੀਜਾ ਹੋਣਾ ਬਹੁਤ ਸਰਲ ਹੈ ਤੇ ਬਹੁਤ ਹੀ ਆਸਾਨ ਹੈ। ਇਹ ਥੋੜ੍ਹੀਆਂ ਜਿਹੀਆਂ ਗੱਲਾਂ ਤੁਹਾਨੂੰ ਅੱਜ ਕਹਿਣੀਆਂ ਸੀ। ਇਹਨਾਂ ਵਿੱਚ ਜੋ ਪ੍ਰਸੰਗਕ ਜ਼ਰੂਰਤਾਂ ਹਨ ਉਹ ਮੈਂ ਸਮਝਦਾ ਕਿ ਤੁਸੀਂ ਸਮਝ ਗਏ ਹੋਗੇ। ਜਿਵੇਂ ਮੈਂ ਕਿਹਾ ਕਿ ਗੱਲਬਾਤ ਨਹੀਂ ਕਰਨੀ, ਸੁਭਾਵਕ ਹੈ। ਤੁਸੀਂ ਅਖਬਾਰ, ਰੇਡੀਓ ਇਹਨਾਂ ਦੀ ਵਰਤੋਂ ਨਹੀਂ ਕਰਨੀ ਕਿਉਂਕਿ ਉਹ ਵੀ ਗੱਲਬਾਤ ਹੈ। ਮੈਂ ਤੁਹਾਨੂੰ ਕਿਹਾ ਮੌਨ 'ਚ ਤੇ ਇਕਾਂਤ ਵਿੱਚ ਹੋਣਾ। ਇਹਦਾ ਸੁਭਾਵਕ ਮਤਲਬ ਹੋਇਆ ਕਿ ਜਿੱਥੋਂ ਤੱਕ ਹੋ ਸਕੇ ਸਾਥੀਆਂ ਤੋਂ ਦੂਰ ਰਹਿਣਾ। ਜਿੰਨੀ ਦੇਰ ਅਸੀਂ ਇੱਥੇ ਮਿਲਾਂਗੇ ਉਹ ਅਲੱਗ, ਭੋਜਨ ਦੇ ਲਈ ਜਾਵਾਂਗੇ ਉਹ ਅਲੱਗ। ਉੱਥੇ ਵੀ ਤੁਸੀਂ ਬੜੀ ਖਾਮੋਸ਼ੀ ਨਾਲ ਤੇ ਬੜੀ ਸ਼ਾਂਤੀ ਨਾਲ ਭੋਜਨ ਕਰਨਾ ਹੈ। ਉੱਥੇ ਵੀ ਸੰਨਾਟਾ ਹੋਵੇ, ਜਿਵੇਂ ਪਤਾ ਨਾ ਲੱਗੇ ਕਿ ਤੁਸੀਂ ਉੱਥੇ ਹੋ। ਇੱਥੇ ਵੀ ਆਓ ਤਾਂ ਸੰਨਾਟੇ 'ਚ ਤੇ ਸ਼ਾਂਤੀ 'ਚ ਆਓ। ਦੇਖਣਾ 3 ਦਿਨ ਸ਼ਾਂਤ ਰਹਿਣ ਦਾ ਪ੍ਰਯੋਗ ਕੀ ਨਤੀਜੇ ਲਿਆਉਂਦਾ ਹੈ। ਰਾਹ 'ਤੇ ਤੁਰੋ ਤਾਂ ਬਿਲਕੁਲ ਸ਼ਾਂਤ, ਉੱਠੋ ਬੈਠੋ ਤਾਂ ਬਿਲਕੁਲ ਸ਼ਾਂਤ, ਤੇ ਜ਼ਿਆਦਾਤਰ ਲੋਕ ਇਕਾਂਤ 'ਚ ਚਲੇ ਜਾਣ। ਸੁੰਦਰ ਕੋਈ ਥਾਂ ਚੁਣ ਲੈਣ, ਉੱਥੇ ਚੁੱਪਚਾਪ ਬੈਠ ਜਾਣ। ਜੇ ਕੋਈ ਨਾਲ ਹੈ ਤਾਂ ਉਹ ਵੀ ਚੁੱਪਚਾਪ ਬੈਠੇ, ਗੱਲਬਾਤ ਨਾ ਕਰੇ। ਨਹੀਂ ਤਾਂ ਪਹਾੜੀਆਂ ਫਜ਼ੂਲ ਹੋ ਜਾਂਦੀਆਂ ਹਨ, ਸੁਹੱਪਣ ਫਜ਼ੂਲ ਹੋ ਜਾਂਦਾ ਹੈ। ਜੋ ਸਾਹਮਣੇ ਹੈ ਉਹ ਦਿਖਾਈ ਨਹੀਂ ਦਿੰਦਾ। ਤੁਸੀਂ ਗੱਲਾਂ ਬਾਤਾਂ 'ਚ ਸਭ ਖਤਮ ਕਰ ਦਿੰਦੇ ਹੋ। ਇਕੱਲ 'ਚ ਜਾਓ। ਇਸੇ ਤਰ੍ਹਾਂ ਇਹ ਥੋੜ੍ਹੀਆਂ ਜਿਹੀਆਂ ਗੱਲਾਂ ਮੈਂ ਆਖੀਆਂ ਤੁਹਾਡੀ ਖਾਤਰ, ਜੋ ਜ਼ਰੂਰੀ ਹੈ ਉਹ ਹਰੇਕ ਦੀ ਖਾਤਰ। ਜੋ ਤੁਹਾਡੇ ਅੰਦਰ ਪਿਆਸ ਨਹੀਂ ਮਾਲੂਮ ਹੁੰਦੀ ਬਿਲਕੁਲ, ਤਾਂ ਉਸ ਪਿਆਸ ਨੂੰ ਕਿਵੇਂ ਪੈਦਾ ਕੀਤਾ ਜਾਏ ਉਹਦੇ ਸੰਬੰਧ ਵਿੱਚ ਕੱਲ ਮੈਥੋਂ ਸਵਾਲ ਪੁੱਛ ਲੈਣਾ। ਜੇ ਤੁਹਾਨੂੰ ਅਜਿਹਾ ਨਹੀਂ ਲੱਗਦਾ ਕਿ ਮੈਨੂੰ ਕੋਈ ਆਸ ਨਹੀਂ ਮਾਲੂਮ ਹੁੰਦੀ ਤਾਂ ਆਸ ਕਿਵੇਂ ਪੈਦਾ ਹੋਵੇ, ਉਸ ਬਾਬਤ ਕੱਲ ਸਵੇਰੇ ਮੈਥੋਂ ਸਵਾਲ ਪੁੱਛ ਲੈਣਾ। ਜੇ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਕੋਈ ਸੰਕਲਪ ਕਰਨ 'ਚ ਕਠਿਨਾਈ ਹੈ ਜਾਂ ਨਹੀਂ ਬਣ ਪਾਉਂਦਾ ਜਾਂ ਨਹੀਂ ਹੁੰਦਾ ਤਾਂ ਸਾਰੀਆਂ ਕਠਿਨਾਈਆਂ ਮੈਥੋਂ ਸਵੇਰੇ ਪੁੱਛ ਲੈਣਾ। ਕੱਲ ਸਵੇਰੇ 3 ਦਿਨਾਂ ਦੇ ਲਈ ਜੋ ਕਠਿਨਾਈਆਂ ਆ ਸਕਦੀਆਂ ਹਨ ਉਹ ਤੁਸੀਂ ਮੈਥੋਂ ਪੁੱਛ ਲੈਣਾ, ਤਾਂ ਜੋ 3 ਦਿਨਾਂ 'ਚ ਕੋਈ ਸਮਾਂ ਖਰਚ ਨਾ ਹੋਵੇ ਤੇ ਜੋ ਹਰੇਕ ਵਿਅਕਤੀ ਦੀ ਕੋਈ ਆਪਣੀ ਨਿੱਜੀ ਤਕਲੀਫ, ਦੁੱਖ ਤੇ ਪੀੜ ਹੈ ਜਿਸ ਤੋਂ ਮੁਕਤ ਹੋਣਾ ਚਾਹੁੰਦਾ ਹੈ, ਜਾਂ ਜਿਹਦੀ ਵਜ੍ਹਾ ਨਾਲ ਉਹ ਧਿਆਨ ਵਿੱਚ ਨਹੀਂ ਜਾ ਸਕਦਾ, ਜਾਂ ਜਿਹਦੀ ਵਜ੍ਹਾ ਨਾਲ ਉਹਨੂੰ ਧਿਆਨ 'ਚ ਪ੍ਰਵੇਸ਼ ਕਰਨਾ ਮੁਸ਼ਕਿਲ ਹੁੰਦਾ ਹੈ, ਸਮਝ ਲੈਣਾ। ਜੇ ਤੁਹਾਨੂੰ ਕੋਈ ਇੱਕ ਵਿਸ਼ੇਸ਼ ਚਿੰਤਾ ਹੈ ਜੋ ਤੁਹਾਨੂੰ ਦਾਖਲ ਨਹੀਂ ਹੋਣ ਦਿੰਦੀ ਸ਼ਾਂਤੀ ਵਿੱਚ, ਤਾਂ ਤੁਸੀਂ ਉਹਦੇ ਲਈ ਵੱਖਰੇ ਤੌਰ 'ਤੇ ਪੁੱਛ ਲੈਣਾ। ਜੇ ਤੁਹਾਨੂੰ ਅਜੇ ਕੋਈ ਪੀੜ ਹੈ ਜੋ ਤੁਹਾਨੂੰ ਦਾਖਲ ਨਹੀਂ ਹੋਣ ਦਿੰਦੀ, ਉਹਨੂੰ ਤੁਸੀਂ ਵੱਖਰੇ ਤੌਰ 'ਤੇ ਪੁੱਛ ਲੈਣਾ। ਉਹ ਸਭ ਦੀ ਖਾਤਰ ਨਹੀਂ ਹੋਏਗੀ, ਸਮੂਹਕ, ਉਹ ਤੁਹਾਡੀ ਨਿੱਜੀ ਹੋਏਗੀ। ਉਹਦੇ ਲਈ ਤੁਸੀਂ ਅਲੱਗ ਪ੍ਰਯੋਗ ਕਰੋਗੇ ਤੇ ਜੋ ਵੀ ਤਕਲੀਫ ਹੋਵੇ ਉਹ ਸਪਸ਼ਟ ਸਵੇਰੇ ਰੱਖ ਦੇਣਾ, ਤਾਂ ਜੋ ਅਸੀਂ 3 ਦਿਨ ਦੇ ਲਈ ਵਿਵਸਥਿਤ ਹੋ ਜਾਈਏ। ਇਹ ਥੋੜ੍ਹੀਆਂ ਜਿਹੀਆਂ ਗੱਲਾਂ ਮੈਂ ਤੁਹਾਨੂੰ ਕਹਿਣੀਆਂ ਸਨ, ਤੁਹਾਡੀ ਇੱਕ ਭਾਵ ਦ੍ਰਿਸ਼ਟੀ ਬਣੇ। ਫਿਰ ਜੇ ਅਸਾਂ ਨੇ ਜੋ ਕਰਨਾ ਹੈ ਉਹ ਅਸੀਂ ਕੱਲ੍ਹ ਤੋਂ ਸ਼ੁਰੂ ਕਰਾਂਗੇ ਤੇ ਕੱਲ੍ਹ ਤੋਂ ਸਮਝਾਂਗੇ। ਹੁਣੇ ਅਸੀਂ ਥੋੜ੍ਹੇ ਫਾਸਲੇ 'ਤੇ ਬੈਠ ਜਾਵਾਂਗੇ। ਹਾਲ ਤਾਂ ਵੱਡਾ ਹੈ, ਸਭ ਫਾਸਲੇ 'ਤੇ ਬੈਠ ਜਾਣਗੇ ਤਾਂ ਜੋ ਅਸੀਂ ਸੰਕਲਪ ਦਾ ਪ੍ਰਯੋਗ ਕਰੀਏ ਤੇ ਫਿਰ ਅਸੀਂ ਇੱਥੋਂ ਵਿਦਾ ਲਈਏ। ਇਉਂ ਝਟਕੇ ਨਾਲ ਨਹੀਂ, ਬਹੁਤ ਹੌਲੀ ਹੌਲੀ ਪੂਰਾ ਫੇਫੜਾ ਭਰ ਲੈਣਾ ਹੈ। ਜਦ ਤੁਸੀਂ ਫੇਫੜੇ ਨੂੰ ਭਰੋਗੇ ਤਾਂ ਤੁਸੀਂ ਖੁਦ ਆਪਣੇ ਮਨ 'ਚ ਦੁਹਰਾਉਂਦੇ ਰਹੋਗੇ ਕਿ ਮੈਂ ਸੰਕਲਪ ਕਰਦਾ ਕਿ ਮੈਂ ਧਿਆਨ 'ਚ ਪ੍ਰਵੇਸ਼ ਕਰਕੇ ਰਹਾਂਗਾ। ਇਸ ਵਾਕ ਨੂੰ ਤੁਸੀਂ ਦੁਹਰਾਉਂਦੇ ਰਹੋਗੇ। ਜਦੋਂ ਸਾਹ ਪੂਰਾ ਭਰ ਜਾਏ ਆਖਰੀ ਸੀਮਾ ਤੱਕ, ਤਦ ਉਹਨੂੰ ਥੋੜ੍ਹੀ ਦੇਰ ਰੋਕੋ ਤੇ ਆਪਣੇ ਮਨ 'ਚ ਇਹ ਦੁਹਰਾਉਂਦੇ ਰਹੋ। ਘਬਰਾਹਟ ਵਧੇਗੀ, ਮਨ ਹੋਏਗਾ ਕਿ ਬਾਹਰ ਸੁੱਟ ਦੇਈਏ, ਤਦ ਵੀ ਥੋੜ੍ਹੀ ਦੇਰ ਰੋਕਣਾ। ਇਸ ਵਾਕ ਨੂੰ ਦੁਹਰਾਉਂਦੇ ਰਹਿਣਾ, ਫਿਰ ਸਾਹ ਬਾਹਰ ਕੱਢਦੇ ਜਾਣਾ। ਆਖਰੀ ਸੀਮਾ ਤੱਕ ਲੱਗੇ ਤਦ ਹੀ ਕੱਢ ਦੇਣਾ, ਤਦ ਵੀ ਵਾਕ ਦੁਹਰਾਉਂਦੇ ਰਹਿਣਾ। ਫਿਰ ਅੰਦਰ ਜਦ ਖਾਲੀ ਹੋ ਜਾਏ ਉਸ ਖਾਲੀਪਣ ਨੂੰ ਰੋਕਣਾ, ਸਾਹ ਨੂੰ ਅੰਦਰ ਨਾ ਲੈਣ ਦੇਣਾ, ਫਿਰ ਦੁਹਰਾਉਂਦੇ ਰਹਿਣਾ ਵਾਕ ਅੰਤਮ ਸਮੇਂ ਤੱਕ। ਇਹ ਹੌਲੀ ਹੌਲੀ ਸਾਹ ਅੰਦਰ ਲੈਣਾ। ਅਜਿਹਾ 5 ਵਾਰੀ, ਯਾਨੀ ਇੱਕ ਵਾਰ ਦਾ ਮਤਲਬ ਹੈ ਇੱਕ ਦਫਾ ਅੰਦਰ ਲੈਣਾ ਤੇ ਬਾਹਰ ਕੱਢਣਾ। ਇੱਕ ਵਾਰ ਇਸ ਤਰ੍ਹਾਂ 5 ਵਾਰ, ਪੜਾਅਵਾਰ ਹੌਲੀ ਹੌਲੀ ਸਭ ਕਰਨਾ। ਜਦ 5 ਵਾਰ ਕਰ ਚੁੱਕੇ ਤਾਂ ਬਹੁਤ ਹੌਲੀ ਜਿਹੀ ਰੀੜ ਨੂੰ ਸਿੱਧੀ ਰੱਖ ਕੇ ਹੀ ਫਿਰ ਹੌਲੀ ਹੌਲੀ ਸਾਹ ਲੈਂਦੇ ਰਹਿਣਾ ਤੇ 5 ਮਿੰਟ ਆਰਾਮ ਨਾਲ ਬੈਠੇ ਰਹਿਣਾ। ਅਜਿਹਾ ਕੋਈ
10 ਮਿੰਟ ਤੇ ਅਸੀਂ ਪ੍ਰਯੋਗ ਕਰੀਏ, ਫਿਰ ਚੁੱਪਚਾਪ ਸਭ ਲੋਕ ਚਲੇ ਜਾਣਗੇ, ਗੱਲਬਾਤ ਨਾ ਕਰਨ ਦਾ ਚੇਤਾ ਰੱਖਣਗੇ। ਹੁਣੇ ਤੋਂ ਇਹਨੂੰ ਸ਼ੁਰੂ ਕਰ ਦੇਣਾ ਹੈ। ਸ਼ਿਵਰ ਵਿੱਚ ਹੋ ਗਿਆ ਹੈ ਇਸ ਅਰਥਾਂ ਵਿੱਚ ਸੌਂਦੇ ਸਮੇਂ ਇਸ ਪ੍ਰਯੋਗ ਨੂੰ 5-7 ਦਫਾ ਕਰਨਾ, ਜਿੰਨੀ ਦੇਰ ਤੁਹਾਨੂੰ ਚੰਗਾ ਲੱਗੇ, ਫਿਰ ਸੌਂ ਜਾਣਾ। ਸੌਂਦੇ ਸਮੇਂ ਸੋਚਦੇ ਹੋਏ ਸੌਣਾ, ਉਸੇ ਭਾਵ ਨੂੰ ਕਿ ਮੈਂ ਸ਼ਾਂਤ ਹੋ ਰਹਾਂਗਾ। ਇਹ ਮੇਰਾ ਸੰਕਲਪ ਹੈ। ਨੀਂਦ ਤੁਹਾਨੂੰ ਪਕੜ ਲਵੇ ਤੇ ਤੁਸੀਂ ਉਹਨੂੰ ਸੋਚਦੇ ਰਹੋ ਤਾਂ ਲਾਈਟ ਬੁਝਾ ਦੇਣਾ। ਜਦ ਤੁਹਾਡਾ 5 ਵਾਰ ਹੋ ਜਾਏ ਤਾਂ ਤੁਸੀਂ ਚੁੱਪਚਾਪ ਆਪੋ ਆਪਣੇ ਬੈਠ ਕੇ ਕੁਝ ਹੌਲੀ ਸਾਹ ਲੈਂਦੇ ਹੋਏ ਬੈਠੇ ਰਹੋਗੇ। ਰੀੜ੍ਹ ਸਿੱਧੀ ਕਰ ਲੈਣਾ, ਸਾਰੇ ਸਰੀਰ ਨੂੰ ਆਰਾਮ ਨਾਲ ਛੱਡ ਦੇਣਾ। ਰੀੜ੍ਹ ਸਿੱਧੀ ਹੋਏ ਤੇ ਸਰੀਰ ਆਰਾਮ ਨਾਲ ਛੱਡ ਦੇਣਾ। ਅੱਖਾਂ ਬੰਦ ਕਰ ਲੈਣਾ, ਬਹੁਤ ਸ਼ਾਂਤੀ ਨਾਲ ਸਾਹ ਨੂੰ ਅੰਦਰ ਲੈਣਾ ਤੇ ਜਿਵੇਂ ਮੈਂ ਦੱਸਿਆ ਉਸੇ ਤਰ੍ਹਾਂ ਦਾ ਪ੍ਰਯੋਗ 5 ਵਾਰ ਕਰਨਾ ਹੈ ਕਿ ਮੈਂ ਪ੍ਰਵੇਸ਼ ਕਰਕੇ ਰਹਾਂਗਾ, ਮੈਂ ਧਿਆਨ 'ਚ ਪ੍ਰਵੇਸ਼ ਕਰਕੇ ਰਹਾਂਗਾ। ਸੱਚਾ ਮੇਰਾ ਸੰਕਲਪ ਹੈ ਕਿ ਧਿਆਨ 'ਚ ਪ੍ਰਵੇਸ਼ ਹੋਏਗਾ। ਪੂਰੇ ਪ੍ਰਾਣਾਂ ਨੂੰ ਸੰਕਲਪ ਕਰਨ ਦੇਣਾ ਕਿ ਧਿਆਨ ਵਿੱਚ ਪ੍ਰਵੇਸ਼ ਹੋਏਗਾ। ਪੂਰੇ ਪ੍ਰਾਣਾਂ 'ਚ ਗੱਲ ਗੂੰਜ ਜਾਵੇ, ਇਹ ਅੰਤਸ਼ ਚੇਤਨਾ ਤੱਕ ਉਤਰ ਜਾਵੇ। 5 ਵਾਰ ਤੁਹਾਡਾ ਪ੍ਰਯੋਗ ਹੋ ਜਾਏ ਤਾਂ ਇਹ ਬਹੁਤ ਵੱਡੀ ਗੱਲ ਹੈ। ਫਿਰ ਹੌਲੀ ਬੈਠ ਕੇ ਸ਼ਾਂਤੀ ਨਾਲ ਰੀੜ੍ਹ ਨੂੰ ਸਿੱਧੀ ਰੱਖਦੇ ਹੋਏ ਹੌਲੀ ਹੌਲੀ ਸਾਹ ਲਓ। ਹੌਲੀ ਛੱਡਣਾ ਤੇ ਸਾਹ ਨੂੰ ਹੀ ਦੇਖਦੇ ਰਹਿਣਾ। 5 ਮਿੰਟ ਵਿਸ਼ਰਾਮ ਕਰਨਾ। ਉਸ ਵਿਸ਼ਰਾਮ ਦੇ ਸਮੇਂ ਜੋ ਸੰਕਲਪ ਅਸਾਂ ਨੇ ਕੀਤਾ ਹੈ ਉਹ ਹੋਰ ਡੂੰਘੇ ਆਪਣੇ ਆਪ ਡੁੱਬ ਜਾਏਗਾ। 5 ਵਾਰ ਸੰਕਲਪ ਕਰ ਲੈਣਾ, ਫਿਰ ਚੁੱਪਚਾਪ ਬੈਠ ਕੇ ਸਾਹ ਨੂੰ ਦੇਖਦੇ ਰਹਿਣਾ 5 ਮਿੰਟ ਤੱਕ ਤੇ ਫਿਰ ਬਹੁਤ ਹੌਲੀ ਸਾਹ ਲੈਣਾ। ਧੰਨਵਾਦ।